मेरी गल सुन, जेड़ी तेरी कार्रवाई बनती तू आपदी कर। बूट ਦੇ ਵਿੱਚ ਹੋਣਾ ਨਿਕਲ ਨੂੰ ਪੁੱਛਾਂਗੇ ਯਾਰ ਕਾਹਦਾ ਗੋਲੀ ਵੱਜੀ ਕੀ ਵਜ੍ਹਾ ਇੱਕ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਨਹੀਂ ਜੀਣ ਦਿੰਦੇ ਤੇ ਦੂਜਾ ਜੇਕਰ ਕੋਈ ਆਪਣੀ ਸਿਹਤ ਬਾਰੇ ਖਿਆਲ ਰੱਖਣ ਬਾਰੇ ਸੋਚਦਾ ਹੈ ਤੇ ਨੌਜਵਾਨਾਂ ਦੇ ਆਪਸੀ ਜੱਬ ਨਹੀਂ ਮੁੱਕਦੇ। ਜੀ ਹਾਂ, ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਨੂੰ ਪਹਿਲਾਂ ਕੁਝ ਸ਼ਰਾਰਤੀ ਅਨਸਰਾਂ ਨੇ ਅਗਵਾ ਕੀਤਾ ਤੇ ਫਿਰ ਉਸ ਦੇ ਪੈਰ ਵਿੱਚ ਗੋਲੀ ਮਾਰ ਦਿੱਤੀ। ਪੀੜਤ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਫਿਰੋਜ਼ਪੁਰ ਵਿੱਚ ਜਿਮ ਲਗਾਉਣ ਲਈ ਜਾਂਦਾ ਹੈ ਤੇ ਉੱਥੇ ਕੁਝ ਨੌਜਵਾਨ ਉਸ ਨਾਲ ਖਾਰ ਰੱਖਦੇ ਨੇ, ਜਿਸ ਨੂੰ ਲੈ ਕੇ ਅੱਜ ਉਹਨਾਂ ਨੌਜਵਾਨਾਂ ਨੇ ਉਸ ਨੂੰ ਦਾਣਾ ਮੰਡੀ ਵਿੱਚੋਂ ਚੁੱਕ ਲਿਆ ਤੇ ਉਸ ਦੇ ਪੈਰ ਵਿੱਚ ਗੋਲੀ ਮਾਰ ਦਿੱਤੀ ਤੇ ਬਾਅਦ ਵਿੱਚ ਉਸ ਨੂੰ ਆਪਣੇ ਪਿੰਡ ਲਿਜਾ ਕੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਕਿਹਾ ਕਿ ਤੂੰ ਇਹ ਕਬੂਲ ਕਰ ਕਿ ਇਹ ਗੋਲੀ ਤੂੰ ਖੁਦ ਮਾਰੀ ਹੈ। ਦੂਸਰੇ ਪਾਸੇ ਮੌਕੇ ਤੇ ਮੌਜੂਦ ਕਿਸਾਨ ਆਗੂ ਬਲਵੀਰ ਸਿੰਘ ਨੇ ਕਿਹਾ ਕਿ ਮਨਪ੍ਰੀਤ ਨੂੰ ਜਿਸ ਜਗ੍ਹਾ ਤੇ ਗੋਲੀ ਮਾਰੀ ਗਈ ਹੈ ਉਹ ਐਮਐਲਏ ਦੀ ਕੋਠੀ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਸਭ ਸਿਆਸੀ ਸ਼ੈ ਤੇ ਹੋਇਆ ਹੈ। ਮੇਰਾ ਨਾਮ ਬਲਵੀਰ ਸਿੰਘ, ਪਿੰਡ ਝੋਕਰੀਆਰ, ਬਲਾਕ ਫਿਰੋਜ਼ਪੁਰ ਦਾ ਮੈਂ ਪ੍ਰਧਾਨ। ਬਲਵੀਰ ਸਿੰਘ ਜੀ, ਕੀ ਗੱਲਬਾਤ ਹੋਈ ਹੈ ਜਿਹੜਾ ਗੋਲੀ ਚੱਲਣ ਦਾ ਮਾਮਲਾ? ਗੱਲਬਾਤ ਹੋਈ ਜੀ, ਮੈਂ ਤਾਂ ਪਿਆ ਸੀ ਹੁਣ ਸੁੱਤਾ ਤੇ ਬੱਚੇ ਗਏ, ਮੇਰੇ ਗਵਾਂਢ ਆ ਇਹ, ਸਾਡਾ ਜਵਾਈ ਭਾਈ ਲੱਗਦਾ, ਮੇਰੀ ਯੂਨੀਅਨ ਦਾ ਮੈਂਬਰ ਵੀ ਆ ਤੇ ਇੱਥੇ ਕਿਤੇ ਇਹਨਾਂ ਦੀ ਪਹਿਲਾਂ ਵੀ ਗੱਲਬਾਤ ਹੋਈ ਸੀ। ਉਹ ਮੁੰਡੇ ਅੱਜ ਨੂੰ ਚੁੱਕ ਕੇ ਲੈ ਗਏ, ਜਿਹੜੀ ਹੁਣ ਮੈਂ ਸੁਣ ਚ ਆਈ ਆ ਤੇ ਵੀ ਇਸ ਕਰਕੇ ਪੁਲਿਸ ਵਾਲਿਆਂ ਨੇ ਉਹਨੂੰ ਪਹਿਲਾਂ ਉਹ ਦੂਜਾ ਪਿੰਕੀ ਦੇ ਘਰੇ ਵੀ ਲਗਾਏ, ਉੱਥੋਂ ਦਬਾਅ ਦਬੂ ਪਾ ਕੇ ਤੋਂ ਬਿਆਨ ਵੀ ਲਏ ਆ। ਬਿਆਨਾਂ ਤੋਂ ਬਾਅਦ ਪੁਲਿਸ ਵਾਲੇ ਇੱਥੇ ਛੱਡ ਗਏ ਆ ਤੇ ਅਸੀਂ ਥਾਣੇ ਗਏ, ਸਾਨੂੰ ਥਾਣੇ ਪਤਾ ਲੱਗਾ ਵੀ ਹਸਪਤਾਲ ਆ। ਅਸੀਂ ਇੱਥੇ ਪਤਾ ਲੱਗਾ ਵੀ ਇਹਦੇ ਗੋਲੀ ਵੀ ਲੱਗੀ, ਐਕਸਰਾ ਵੀ ਹੁੰਦਾ ਥਾ, ਪਤਾ ਲੱਗਾ। ਉਹਨਾਂ ਨੂੰ ਅਸੀਂ ਆਖਿਆ ਵੀ ਤੁਸੀਂ ਐਫਆਈ ਦਰਜ ਕਰੋ, ਉਹਦੇ ਵੀ ਪਹਿਲਾਂ ਉੱਥੋਂ ਆਪਣੀ ਤੁਹਾਡੀ ਸਾਰਾ ਐਕਸਰਾ ਹੋਊਗਾ ਤੇ ਉਦੋਂ ਬਾਅਦ ਅਸੀਂ ਐਫਆਈ ਦਰਜ ਕਰਾਂਗੇ। ਅਸੀਂ ਪ੍ਰਸ਼ਾਸਨ ਨੂੰ ਇਹੀ ਪੁਰਜੋਰ ਅਪੀਲ ਕਰਦੇ ਹਾਂ ਜੇ ਵੀ ਕਿਸੇ ਸਿਆਸੀ ਦਬਾਅ ਹੇਠਾਂ ਕੇ ਜਿਹੜਾ ਸਹੀ ਕਾਨੂੰਨ ਆ, ਸਹੀ ਕਾਨੂੰਨ ਨੂੰ ਹੱਥ 'ਚ ਨਾ ਲੈਣ, ਉਹਦੇ ਹਿਸਾਬ ਨਾਲ ਐਫਆਈ ਦਰਜ ਕੀਤੀ ਜਾਵੇ। ਜਿੰਨੇ ਵੀ ਬੰਦੇ ਆ, ਜੇ ਨਾ ਕੀਤੀ ਗਈ ਤੇ ਸਾਨੂੰ ਧਰਨਾ ਲਾਉਣ ਨੂੰ ਮਜਬੂਰ ਨਾ ਕਰਨ। ਕਿਸਾਨ ਅੱਗੇ ਬੜੇ ਮਜਬੂਰ ਆ, ਅੱਗੇ ਅਸੀਂ ਦਿੱਲੀ ਬੈਠੇ ਆ, ਹੁਣ ਸਾਡੇ ਯੂਪੀ 'ਚ ਕੀ ਹੋਇਆ ਸਾਡੇ ਕਿਸਾਨਾਂ ਨਾਲ, ਅਸੀਂ ਬਹੁਤ ਮਜਬੂਰ ਆ। ਸਾਨੂੰ ਇਹਨਾਂ ਸਿਆਸੀ ਲੋਕਾਂ ਨੇ ਇੱਥੋਂ ਤੱਕ ਪਹੁੰਚਾਇਆ। ਸਾਡੀ ਇਹੀ ਬੇਨਤੀ ਆ ਪ੍ਰਸ਼ਾਸਨ ਨੂੰ, ਪੁਰਜੋਰ ਬੇਨਤੀ ਆ ਤੇ ਵੀ ਜੋ ਕਾਰਵਾਈ ਆ ਸਲੀਅਤ ਹੋਣੀ ਚਾਹੀਦੀ ਆ। ਇਹ ਨਹੀਂ ਵੀ ਦਬਾਅ ਪਾਇਆ ਤਾਂ ਸਲੀਅਤ ਨਹੀਂ ਹੋਣੀ। ਜੇ ਨਾ ਸਲੀਅਤ ਹੋਈ ਅਸੀਂ ਧਰਨਾ ਲਾਵਾਂਗੇ, ਅਸੀਂ ਨਿਆਂ ਲਾਵਾਂਗੇ ਤੇ ਨਿਆਂ ਜਾ ਕੇ ਰਵਾਂਗੇ। ਕਿਵੇਂ ਦੇਖਦੇ ਹੋ ਬੀਜੇਪੀ ਨੇ ਯੂਪੀ ਦੇ ਵਿੱਚ ਕਾਫੀ ਬੀਜੇਪੀ ਬਹੁਤ ਮਾੜਾ ਕਰ ਰਹੀ ਆ। ਬੀਜੇਪੀ ਨੇ ਜਿਹੜੇ ਸਾਡੇ ਕਿਸਾਨ ਚਾਰਜ ਮਾਰਤੇ ਆ, ਇੱਕ 19 ਸਾਲ ਦਾ, ਇੱਕ ਦਾ ਥੋੜੇ ਦਿਨ ਵਿਆਹ ਹੋਇਆ ਸੀ, ਭਾਵੇਂ ਕੁਛ ਵੀ ਕਰੀ ਜਾਓ ਉਹਨਾਂ ਨੇ ਵਾਪਸ ਨਹੀਂ ਆਉਣਾ, ਭਾਵੇਂ ਕਰੋੜਾਂ ਰੁਪਈਆ ਵੀ ਦੇ ਦੇ। ਬੀਜੇਪੀ ਵਾਲੇ ਗੁੰਡਾ ਰਾਜ ਚਾਹੁੰਦੇ ਆ, ਮੁਸਲਮਾਨ ਨੂੰ ਸਿੱਖ ਨਾਲ ਲੜਾਉਂਦੇ ਫਿਰਦੇ ਆ, ਸਿੱਖ ਨੂੰ ਗਾਂ ਹਿੰਦੂ ਨਾਲ ਲੜਾਉਂਦੇ ਫਿਰਦੇ ਆ, ਹਿੰਦੂ ਨੂੰ ਗਾਂ ਪੰਡਤਾਂ ਨਾਲ ਲੜਾਉਂਦੇ ਫਿਰਦੇ ਆ। ਜਿਹੜੀ ਇਹਨਾਂ ਵਿਸ਼ਵਾਸਘਾਤ ਵਾਲੀ ਲੜਾਈ ਜਿਹੜੀ ਆ ਇਹ ਭਾਰਤੀ ਜਨਤਾ ਪਾਰਟੀ ਮੋਦੀ ਸਰਕਾਰ ਕਰ ਰਹੀ ਆ। ਇਸੇ ਲਈ ਜਿਹੜੀ ਸਾਡੀ ਕਾਂਗਰਸ ਪਾਰਟੀ ਆ, ਇਹਨਾਂ ਨੇ ਅੱਗੇ ਵੀ ਬੜੇ ਧੱਕੇ ਕੀਤੇ ਆ, ਇਹ ਸਿੱਧੂਪੁਰ ਨੂੰ ਜਾਣਦੇ ਵੀ ਆ। ਇਸ ਕਰਕੇ ਅਸੀਂ ਫੇਰ ਦੁਬਾਰਾ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਦੇ ਵੀ ਸਾਡਾ ਸਹੀ ਨਿਆਂ ਹੋਣਾ ਚਾਹੀਦਾ, ਨਹੀਂ ਤਾਂ ਅਸੀਂ ਫਿਰ ਜੋ ਸਾਥ ਹੋਇਆ ਅਸੀਂ ਉਹ ਕਰਾਂਗੇ। ਕੀ ਲੱਗਦਾ ਕਿ ਇਹ ਸਭ ਕੁਝ ਜਿਹੜਾ ਹੋਇਆ ਹੈ ਸਿਆਸੀਕਰਨ? ਇਹ ਸਿਆਸੀਕਰਨ ਹੋਇਆ ਜੀ, ਅੱਗੇ ਪਤਾ ਆਪਣੇ ਪੰਜਾਬ ਦੀ ਸਿਆਸੀਕਰਨ ਹੋਈ ਜਾਂਦਾ। ਜਿਹੜਾ ਸਾਡਾ ਦਿੱਲੀ ਵੀ ਧਰਨਾ ਇਹਨਾਂ ਦਾ ਲੜਿਆ ਉਹ ਵੀ ਸਾਡਾ ਸਿਆਸੀਕਰਨ ਦੇ ਚੱਲ ਰਿਹਾ, ਨਹੀਂ ਤਾਂ ਇਹਨੂੰ ਫੈਸਲਾ ਹੋ ਜਾਣਾ ਸੀ। ਇਹ ਸਿਆਸੀਕਰਨ ਕਰਕੇ ਹੋ ਰਿਹਾ। ਮੇਰਾ ਨਾਮ ਹਰਪ੍ਰੀਤ ਸਿੰਘ ਜੀ। ਹਰਪ੍ਰੀਤ ਜੀ, ਕੀ ਗੱਲਬਾਤ ਹੋਈ ਹੈ ਜਿਹੜਾ ਗੋਲੀ ਚੱਲੀ? ਗੱਲਬਾਤ ਹੈ ਜੀ, ਅਸੀਂ ਫਿਰੋਜ਼ਪੁਰ ਗਏ ਸੀਗੇ ਫਰੈਂਡ ਦੇ ਘਰੇ ਦਾਣਾ ਮੰਡੀ। ਉੱਥੇ ਅਸੀਂ ਫਰੈਂਡ ਦੇ ਘਰੇ ਚਲ ਗਏ ਤੇ ਉੱਥੇ ਬਾਹਰ ਗੱਲ ਕਰਨ ਲੱਗ ਪਿਆ ਫੋਨ ਤੇ ਉਦੋਂ ਬਾਅਦ ਅਸੀਂ ਅੰਦਰ ਸੀਗੇ ਤੇ ਉਹ ਗੱਡੀਆਂ ਬਾਹਰ ਰੌਲਾ ਪੈਣ ਲੱਗ ਪਿਆ ਸੀ। ਜਦੋਂ ਬਾਹਰ ਭੱਜ ਕੇ ਵੇਖਿਆ ਤੇ 3 ਗੱਡੀਆਂ ਸੀਗੀਆਂ ਤੇ ਉਦੋਂ ਇਹਨੂੰ ਕੁੱਟ ਮਾਰ ਕੇ ਨਾ ਤੇ ਗੋਲੀ ਵੀ ਚੱਲੀ ਉੱਥੇ। ਅਸੀਂ ਆਵਾਜ਼ ਸੁਣ ਕੇ ਗੋਲੀ ਦੀ ਭੱਜ ਕੇ ਬਾਹਰ ਆਏ ਤੇ ਉਦੋਂ ਇਹਨੂੰ ਕੁੱਟ ਕੇ ਤੇ ਵਿੱਚ ਗੱਡੀ 'ਚ ਸਿੱਟ ਕੇ, ਬਲੈਕ ਰੰਗ ਦੀ ਸਕੋਰਪੀਓ ਸੀਗੀ, ਉਹਦੇ ਵਿੱਚ ਸਿੱਟ ਕੇ ਤੇ ਇਹਨੂੰ ਗੱਡੀਆਂ ਭਜਾ ਕੇ ਤੇ ਲੈ ਗਏ ਉੱਥੋਂ। ਅਸੀਂ ਮਗਰ ਭੱਜੇ ਪਰ ਗੱਡੀਆਂ ਉਹਨਾਂ ਨੇ ਭਜਾ ਕੇ ਲੈ ਗਏ। i20 ਗੱਡੀ ਸੀ। ਬੰਦੇ ਹੈਗੇ ਸੀ 17-18 ਜਣੇ ਹੈਗੇ ਸੀ, 3 ਗੱਡੀਆਂ ਸੀ। ਉਸ ਤੋਂ ਬਾਅਦ ਅਸੀਂ ਸਾਨੂੰ ਤਾਂ ਹੁਣ ਮਿਲਿਆ ਇਹ, ਉਦੋਂ ਬਾਅਦ ਸਾਨੂੰ ਕੋਈ ਪਤਾ ਨਹੀਂ ਕਿੱਥੇ ਲੈ ਗਏ ਇਹਨੂੰ, ਕਿੱਥੇ ਫੋਨ ਬੰਦ ਇਹਦਾ ਕਰਤਾ ਉਹਨਾਂ ਨੇ।
4-5 ਘੰਟਿਆਂ ਬਾਅਦ ਸਾਨੂੰ ਹੁਣ ਮਿਲਿਆ ਜਾ ਕੇ। ਪੁਲਿਸ ਨੂੰ ਅਸੀਂ ਆ ਕੇ ਤਲਾਹ ਦਿੱਤੀ ਬਾਅਦ ਚ ਇੱਥੇ ਸਿਟੀ ਥਾਣੇ, ਤੇ ਇੱਥੇ ਆ ਕੇ ਉਹਨਾਂ ਨੇ ਸਾਡੀ ਦਰਖਾਸਤ ਲਿਖੀ ਤੇ ਆਪਦੀ ਉਹਨਾਂ ਨੇ ਕਾਰਵਾਈ ਚਲੋ ਕੀਤੀ ਜਿਹੜੀ ਬਣਦੀ ਸੀ, ਤੇ ਫਿਰ ਸਾਨੂੰ ਹੁਣ ਜਾ ਕੇ ਸਾਡਾ ਮਿਲਿਆ। ਸਾਨੂੰ ਉੱਥੇ ਪੁਲਿਸ ਨੇ ਉੱਥੇ ਦੱਸਿਆ ਕਿ ਸਿਵਲ ਹਸਪੀਟਲ ਇੱਥੇ ਤੁਸੀਂ ਚੱਲ ਜਾਓ, ਅਸੀਂ ਉੱਥੇ ਛੱਡਤਾ, ਪਰ ਉਹ ਇਹਨੂੰ ਗੇਟ ਤੇ ਹੀ ਲਾ ਗਏ ਇੱਥੇ ਬਾਹਰ ਹੀ, ਤੇ ਇੱਥੋਂ ਕੋਈ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਨਾ ਕੋਈ ਕਾਰਵਾਈ ਨਹੀਂ ਹੋਈ ਅਜੇ, ਕੁਛ ਨਹੀਂ, ਨਾ ਕੋਈ ਬਿਆਨ ਲੈਣ ਆਇਆ ਅਜੇ, ਕੋਈ ਕਾਰਵਾਈ ਨਹੀਂ ਹੋਈ। ਕਾਰਨ ਸਿਆਸੀ ਦਬਾਅ ਹੀ ਹੋਣਾ ਕੋਈ, ਜਿਹੜਾ ਹਜੇ ਤੱਕ ਕੋਈ ਆਇਆ ਨਹੀਂ। ਮੇਰਾ ਨਾਮ ਹਰਪ੍ਰੀਤ ਸਿੰਘ ਜੀ। ਸਰ ਮੈਂ ਜਿਮ 'ਚ ਜਾਂਦਾ ਸੀਗਾ, ਇਹ ਮੁੰਡੇ ਸੀਗੇ, 5-7 ਜਣੇ ਮੁੰਡੇ ਹੈਗੇ ਸੀਗੇ। ਜਦੋਂ ਮੈਂ ਅੰਦਰ ਜਿਮ 'ਤੇ ਜਾਂਦਾ ਸੀ, ਇਹ ਮੇਰੇ ਨਾਲ ਭੈੜਾ ਵੇਖਦੇ ਹੁੰਦੇ ਸੀ, ਮੁੱਛਾਂ ਨੂੰ ਵੱਟ ਦਿੰਦੇ ਸੀਗੇ। ਇਸ ਕਰਕੇ ਮੈਂ ਇਹ ਗੱਲ ਬੋਲਦਾ ਨਹੀਂ ਸੀਗਾ, ਮੈਂ ਆਪਦੀ ਜਿਮ ਲਾਉਂਦਾ ਸੀ। ਇਹਨਾਂ ਨੇ ਇੱਕ ਦਿਨ ਮੈਨੂੰ ਮਤਲਬ ਜ਼ਿਆਦਾ ਬੋਲੇ, ਫਿਰ ਉਸ ਤੋਂ ਬਾਅਦ ਮੈਂ ਜਿਮ 'ਚੋਂ ਬਾਹਰ ਗਿਆ, ਇਹਨਾਂ ਨੇ ਇੱਕ ਦਿਨ ਮੈਨੂੰ ਬਾਹਰ ਵੀ ਘੇਰਿਆ। ਉਸ ਤੋਂ ਬਾਅਦ ਮੁੜ ਕੇ ਇਹਨਾਂ ਨੂੰ ਮੈਂ ਅੱਜ ਮੈਂ ਕੱਲ੍ਹ ਦੀ ਗੱਲ ਸੀਗੀ, ਅੱਜ ਮੈਂ ਆਪਦੇ ਫਰੈਂਡ ਦੇ ਘਰ ਗਿਆ, ਤੇ ਉੱਥੋਂ ਇਹਨਾਂ ਨੇ ਮੈਨੂੰ ਮੰਡੀ ਦੇ ਵਿੱਚੋਂ ਇਹਨਾਂ ਨੇ ਮੈਨੂੰ ਚੱਕ ਲਿਆ। ਇਹ 3 ਗੱਡੀਆਂ ਸੀਗੀਆਂ, 20-22 ਜਣੇ ਮੁੰਡੇ ਹੈਗੇ ਸੀਗੇ, ਤੇ ਇਹ ਮੈਨੂੰ ਚੱਕ ਕੇ ਲੈ ਗਏ। ਇਹ ਆਪਦੇ ਪਿੰਡ ਫਿਰੋਜ਼ਪੁਰ ਇਹਨਾਂ ਨੇ ਮੈਨੂੰ ਲਈ ਫਿਰਦੇ ਰਹੇ। ਉਸ ਤੋਂ ਬਾਅਦ ਪਿੰਡ ਲੈ ਗਏ, ਪਿੰਡ ਲਿਜਾ ਕੇ ਮਤਲਬ ਇਹਨਾਂ ਮੈਨੂੰ ਉੱਥੇ ਕੁੱਟਮਾਰ ਕੀਤੀ। ਇਹਨਾਂ ਮੇਰੀ ਵੀਡੀਓ ਬਣਾਈ ਹੈ, ਤੂੰ ਕਹਿ ਕਿ ਅਸੀਂ ਗੋਲੀ ਜਿਹੜੀ ਮਾਰੀ ਆ ਉਹ ਤੂੰ ਕਹਿ ਮੈਂ ਆਪ ਮਾਰੀ ਆ। ਤੇ ਇਹਨਾਂ ਨੇ ਉਸ ਤੋਂ ਬਾਅਦ ਮੈਨੂੰ ਆਪਦੇ ਘਰੇ ਰੱਖਿਆ, ਘਰੇ ਰੱਖ ਕੇ ਉੱਥੇ ਮੈਨੂੰ ਬਹੁਤ ਕੁੱਟਮਾਰ ਕਰਦੇ ਰਹੇ। ਉਸ ਤੋਂ ਬਾਅਦ ਇਹਨਾਂ ਨੇ ਕੁਛ ਟਾਈਮ ਬਾਅਦ ਇਹਨਾਂ ਨੂੰ ਪਤਾ ਲੱਗਾ ਕਿ ਮੁੜ ਕੇ ਮੈਨੂੰ ਉੱਥੋਂ ਲੈ ਕੇ MLA ਪ੍ਰਵਿੰਦਰ ਸਿੰਘ ਪਿੰਕੀ ਦੀ ਕੋਠੀ ਲੈ ਗਏ। ਉੱਥੇ ਮਤਲਬ ਉਹਨਾਂ ਨੇ ਅਫਸਰ ਸਾਧ ਲਏ, ਉੱਥੇ ਮਤਲਬ ਉਹਨਾਂ ਨੇ ਮੁੜ ਕੇ ਮੈਨੂੰ ਲੈ ਕੇ ਸਿਵਲ ਹਸਪੀਟਲ ਲੈ ਆਏ। ਉੱਥੇ ਮੈਨੂੰ ਬਾਹਰ ਛੱਡ ਗਏ। ਮੁੜ ਕੇ ਮੇਰੇ ਇਹਨਾਂ ਨੇ ਕਿਸੇ ਨੇ ਵੀ ਕੋਈ ਵੀ ਬਾਂਹ ਨਹੀਂ ਫੜੀ ਗਈ, ਕੁਛ ਨਹੀਂ। ਪੁਲਿਸ ਆਈ ਸੀਗੀ, ਉਹਨਾਂ ਨੇ ਉੱਥੇ ਆਪਦੀ MLA ਦੀ ਕੋਠੀ ਸੱਦ ਲਈ ਪੁਲਿਸ, ਉਹ ਮੈਨੂੰ ਗੇਟ ਤੇ ਛੱਡ ਗਏ। ਉਸ ਤੋਂ ਬਾਅਦ ਮੁੜ ਕੇ ਮੈਂ ਆਪਣੇ ਆਪ ਹੀ ਮਤਲਬ ਮੈਨੂੰ ਹਸਪੀਟਲ ਲੈ ਕੇ ਆਏ ਆ ਮੇਰੇ ਪਿੰਡ ਦੇ। ਇਹਨਾਂ ਨੇ ਮੇਰੀ ਪੁਲਿਸ ਨੇ ਮੇਰੀ ਕੋਈ ਕਾਰਵਾਈ ਨਹੀਂ ਕਰਦੀ ਕਿ ਨਾ ਪੁਲਿਸ ਪਰਚਾ ਕੱਟ ਰਹੀ ਆ। ਬੰਦੇ ਹਾਂਜੀ, ਬੰਦੇ ਉਸ ਪਿੰਡ ਦੇ ਉਧਰੋਂ ਖਾਈ ਵਾਲੀ ਸਾਈਡ ਦੇ ਸੀਗੇ। ਗੁਰਸੇਵਕ ਸਿੰਘ ਉਸਦਾ ਬ੍ਰਦਰ, ਉਹ ਇੱਕ ਨਾਮ ਨਾਲ ਮੁੰਡਾ ਕਰਨ ਸੀ, ਇੱਕ ਫਿਰੋਜ਼ਪੁਰ ਦਾ ਸੀ ਮੁੰਡਾ ਵਿੱਕੀ ਨਾਮ ਸੀਗਾ, ਉਹਦਾ ਇੱਕ ਨਾਲ ਬ੍ਰਦਰ ਸੀਗਾ। ਨਾਲ ਉਹਨਾਂ ਦੇ ਪਰਿਵਾਰਿਕ ਮੈਂਬਰ ਹੋਰ ਵੀ ਹੈਗੇ ਸੀਗੇ, ਤੇ ਪੁਲਿਸ ਨੇ ਨਾਲ ਨਹੀਂ ਸੀ। ਪੁਲਿਸ ਹਸਪੀਟਲ ਦੇ ਗੇਟ ਤੇ ਮੈਨੂੰ ਪੁਲਿਸ ਲਾ ਗਈ। ਉਸ ਤੋਂ ਬਾਅਦ ਮੈਨੂੰ ਕਿਸੇ ਨੇ ਕੋਈ ਨਹੀਂ ਪੁੱਛਿਆਗਾ। ਉਸ ਤੋਂ ਬਾਅਦ ਮੇਰੇ ਪਿੰਡ ਨੇ ਮੈਨੂੰ ਇੱਥੇ ਹਸਪੀਟਲ ਦੇ ਅੰਦਰ ਵਾੜ ਕੇ ਮੇਰਾ ਥੋੜਾ ਮਾਰ ਟ੍ਰੀਟਮੈਂਟ। ਗੱਡੀ ਕਿਹੜੀ ਸੀ? ਗੱਡੀਆਂ 2 ਸਕੋਰਪੀਓ ਸੀ, PB 47, PB 29, ਇੱਕ 65 ਪਤਾ ਨਹੀਂ ਸੌਰੀ 1999 I-20 ਸੀਗੀ। ਹਾਂਜੀ, ਉਹ ਗੱਡੀਆਂ ਹੁਣ ਸਰ ਪਤਾ ਨਹੀਂ, ਉਹ ਗੱਡੀਆਂ ਕੋਠੀ ਆਈਆਂ ਨੇ, ਮੈਨੂੰ ਤਾਰ ਕੇ ਉਹ ਗੱਡੀਆਂ ਵਾਪਸ ਚਲੀ ਗਈਆਂ ਨੇ। ਸਰ ਪਤਾ ਨਹੀਂ ਕੀ ਕਾਰਨ ਆ, ਇਹਨਾਂ ਨੇ ਮੈਨੂੰ MLA ਦੀ ਕੋਠੀ ਲਿਜਾ ਕੇ ਉੱਥੇ ਦਬਦਬਾ ਕਰਕੇ ਉਹਨਾਂ ਨੇ SHO ਨੂੰ ਵੀ ਸਾਧ ਲਿਆ, DSP ਨੂੰ ਵੀ ਸਾਧ ਲਿਆ, ਉੱਥੇ ਮੈਨੂੰ ਦਬਾਉਂਦੇ ਰਹੇ ਆ। ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਵਾਲੇ ਸੱਦੇ ਆ ਸਿਟੀ ਥਾਣੇ 'ਚੋਂ, ਉਹਨਾਂ ਨੂੰ ਆਖਿਆ ਕਿ ਇਹਨੂੰ ਇੱਥੇ ਗੇਟ ਤੇ ਲਾ ਦਿਓ। ਮੈਨੂੰ ਗੇਟ ਤੇ ਲਾ ਕੇ ਵਾਪਸ ਮੁੜ ਗਏ ਆ। ਮੈਨੂੰ ਤਕਰੀਬਨ 4:15 4:30 ਦਾ ਟਾਈਮ ਸੀ ਜਿਸ ਟਾਈਮ ਤੇ ਇਹਨਾਂ ਨੇ ਮੈਨੂੰ ਮੰਡੀ ਕੋਲ ਚੱਕਿਆ। ਮੈਨੂੰ ਤਾਂ ਇਹਨਾਂ ਨੇ ਕੁੱਟਮਾਰ ਕੀਤੀ, ਇਹਨਾਂ ਨੇ ਮੈਨੂੰ ਗੋਲੀ ਵੀ ਮਾਰੀ ਆ। ਇਹਨਾਂ ਨੇ ਹੋਰ ਵੀ ਇਹਨਾਂ ਨੇ ਮੈਨੂੰ ਗੋਲੀਆਂ ਮਾਰ ਕੇ ਤੇ ਇੱਥੋਂ ਮੈਨੂੰ ਮੁੜ ਕੇ ਇਹਨਾਂ ਨੇ ਕੁੱਟਿਆ, ਰਫਲਾਂ ਨਾਲ ਵੀ ਕੁੱਟਿਆ। ਕੁੱਟ ਕੇ ਇਹਨਾਂ ਨੇ ਮੈਨੂੰ ਗੱਡੀ ਸੁੱਟ ਲਿਆ। ਗੱਡੀ ਸੁੱਟ ਕੇ ਆ 3 ਗੱਡੀਆਂ ਇਹਨਾਂ ਨੇ ਬਹੁਤ ਭਜਾਈਆਂ। ਇਹਨਾਂ ਨੇ ਮਤਲਬ ਫਿਰੋਜ਼ਪੁਰ ਦੇ ਵਿੱਚ ਪਹਿਲਾਂ ਤਾਂ ਇਹਨਾਂ ਗੇੜੇ ਦਿੰਦੇ ਰਹੇ ਗਲੀਆਂ ਦੇ ਵਿੱਚ, ਫਿਰ ਉਸ ਤੋਂ ਬਾਅਦ ਇਹਨਾਂ ਨੇ ਟੈਂਕਾਂ ਵਾਲੀ ਬਸਤੀ ਸਾਨੀ ਕੱਢ ਕੇ ਆਪਦੇ ਪਿੰਡ ਨੂੰ ਲੈ ਗਏ। ਗੋਲੀ ਮੇਰੇ ਪੈਰ ਤੇ ਵੱਜੀ। ਸਾਰਾ ਅਸੀਂ ਤਾਂ ਇਹ ਮੰਗ ਕਰਦੇ ਹਾਂ ਪਰਚਾ ਹੋਣਾ ਚਾਹੀਦਾ ਜੀ। ਪਿੰਡ ਹੈ ਸੀ ਮਨਪ੍ਰੀਤ ਸਿੰਘ ਹੈ ਵਿੱਚ ਚੌਕਰੀਆ ਦਾ ਬੇਲ ਸੀਗਾ। ਮਨਪ੍ਰੀਤ ਉਹਦੇ ਮੁੰਡੇ ਦੇ ਮੁਤਾਬਿਕ ਜਿਹੜਾ ਮੁੰਡਾ ਦੱਸ ਰਿਹਾ ਸੀ, ਕਹਿੰਦਾ ਮੇਰੇ ਗੋਲੀ ਵੱਜੀ ਹੈ, ਬਾਕੀ ਮੈਨੂੰ ਨਹੀਂ ਲੱਗ ਰਿਹਾ ਸੀ ਗੋਲੀ ਵੱਜੀ ਉਹਦੇ ਵਿੱਚ, ਤੇ ਵੱਜੀ ਹੋ ਸਕਦੀ ਹੈ, ਤੇ ਤਾਂ ਕਰਕੇ ਉਹ ਮੈਂ ਉਹਨੂੰ ਰਿਪੋਰਟ ਕੀਤਾ ਫੋਰੈਂਸਿਕ ਰਿਪੋਰਟ ਤਾਂ ਕਿ ਉਹ ਪ੍ਰੋਪਰ ਤਰੀਕੇ ਨਾਲ ਦੱਸ ਦੇਣ ਕਿ ਗੋਲੀ ਵੱਜੀ ਕਿ ਨਹੀਂ। ਫਿਰੋਜ਼ਪੁਰ ਤੋਂ ਪਰਮਜੀਤ ਸਿੰਘ ਸਖਾਣਾ ਦੀ ਰਿਪੋਰਟ, ਰੰਗਲਾ ਟੀਵੀ। ਮੇਰੀ ਗੱਲ ਸੁਣ, ਜਿਹੜੀ ਤੇਰੀ ਕਾਰਵਾਈ ਬਣਦੀ ਤੂੰ ਆਪਦੀ ਕਰ। ਬੂਟ ਦੇ ਵਿੱਚ ਹੋਣਾ ਨਿਕਲ ਪੁੱਛਾਂਗੇ ਯਾਰ ਕਾਹਦਾ ਗੋਲੀ ਵੱਜੀ ਕੀ ਵਜ੍ਹਾ
ਇੱਕ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਨਹੀਂ ਜੀਣ ਦਿੰਦੇ ਤੇ ਦੂਜਾ ਜੇਕਰ ਕੋਈ ਆਪਣੀ ਸਿਹਤ ਬਾਰੇ ਖਿਆਲ ਰੱਖਣ ਬਾਰੇ ਸੋਚਦਾ ਹੈ ਤੇ ਨੌਜਵਾਨਾਂ ਦੇ ਆਪਸੀ ਜੱਬ ਨਹੀਂ ਮੁੱਕਦੇ। ਜੀ ਹਾਂ, ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਨੂੰ ਪਹਿਲਾਂ ਕੁਝ ਸ਼ਰਾਰਤੀ ਅਨਸਰਾਂ ਨੇ ਅਗਵਾ ਕੀਤਾ ਤੇ ਫਿਰ ਉਸ ਦੇ ਪੈਰ ਵਿੱਚ ਗੋਲੀ ਮਾਰ ਦਿੱਤੀ। ਪੀੜਤ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਫਿਰੋਜ਼ਪੁਰ ਵਿੱਚ ਜਿਮ ਲਗਾਉਣ ਲਈ ਜਾਂਦਾ ਹੈ ਤੇ ਉੱਥੇ ਕੁਝ ਨੌਜਵਾਨ ਉਸ ਨਾਲ ਖਾਰ ਰੱਖਦੇ ਨੇ, ਜਿਸ ਨੂੰ ਲੈ ਕੇ ਅੱਜ ਉਹਨਾਂ ਨੌਜਵਾਨਾਂ ਨੇ ਉਸ ਨੂੰ ਦਾਣਾ ਮੰਡੀ ਵਿੱਚੋਂ ਚੁੱਕ ਲਿਆ ਤੇ ਉਸ ਦੇ ਪੈਰ ਵਿੱਚ ਗੋਲੀ ਮਾਰ ਦਿੱਤੀ ਤੇ ਬਾਅਦ ਵਿੱਚ ਉਸ ਨੂੰ ਆਪਣੇ ਪਿੰਡ ਲਿਜਾ ਕੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਕਿਹਾ ਕਿ ਤੂੰ ਇਹ ਕਬੂਲ ਕਰ ਕਿ ਇਹ ਗੋਲੀ ਤੂੰ ਖੁਦ ਮਾਰੀ ਹੈ। ਦੂਸਰੇ ਪਾਸੇ ਮੌਕੇ ਤੇ ਮੌਜੂਦ ਕਿਸਾਨ ਆਗੂ ਬਲਵੀਰ ਸਿੰਘ ਨੇ ਕਿਹਾ ਕਿ ਮਨਪ੍ਰੀਤ ਨੂੰ ਜਿਸ ਜਗ੍ਹਾ ਤੇ ਗੋਲੀ ਮਾਰੀ ਗਈ ਹੈ ਉਹ ਐਮਐਲਏ ਦੀ ਕੋਠੀ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਸਭ ਸਿਆਸੀ ਸ਼ੈ ਤੇ ਹੋਇਆ ਹੈ। ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਬਲਵੀਰ ਸਿੰਘ, ਪਿੰਡ ਝੋਕਰੀਆਰ, ਬਲਾਕ ਫਿਰੋਜ਼ਪੁਰ ਦਾ ਮੈਂ ਪ੍ਰਧਾਨ। ਬਲਵੀਰ ਸਿੰਘ ਜੀ, ਕੀ ਗੱਲਬਾਤ ਹੋਈ ਹੈ ਜਿਹੜਾ ਗੋਲੀ ਚੱਲਣ ਦਾ ਮਾਮਲਾ? ਗੱਲਬਾਤ ਇਹ ਹੋਈ ਜੀ, ਮੈਂ ਤਾਂ ਪਿਆ ਸੀ ਹੁਣ ਸੁੱਤਾ ਤੇ ਬੱਚੇ ਗਏ, ਮੇਰੇ ਗਵਾਂਢ ਆ ਇਹ, ਸਾਡਾ ਜਵਾਈ ਭਾਈ ਲੱਗਦਾ, ਮੇਰੀ ਯੂਨੀਅਨ ਦਾ ਮੈਂਬਰ ਵੀ ਆ ਤੇ ਇੱਥੇ ਕਿਤੇ ਇਹਨਾਂ ਦੀ ਪਹਿਲਾਂ ਵੀ ਗੱਲਬਾਤ ਹੋਈ ਸੀ। ਉਹ ਮੁੰਡੇ ਅੱਜ ਨੂੰ ਚੁੱਕ ਕੇ ਲੈ ਗਏ, ਜਿਹੜੀ ਹੁਣ ਮੈਂ ਸੁਣ ਚ ਆਈ ਆ ਤੇ ਵੀ ਇਸ ਕਰਕੇ ਪੁਲਿਸ ਵਾਲਿਆਂ ਨੇ ਉਹਨੂੰ ਪਹਿਲਾਂ ਉਹ ਦੂਜਾ ਪਿੰਕੀ ਦੇ ਘਰੇ ਵੀ ਲਗਾਏ, ਉੱਥੋਂ ਦਬਾਅ ਦਬੂ ਪਾ ਕੇ ਤੋਂ ਬਿਆਨ ਵੀ ਲਏ ਆ। ਬਿਆਨਾਂ ਤੋਂ ਬਾਅਦ ਪੁਲਿਸ ਵਾਲੇ ਇੱਥੇ ਛੱਡ ਗਏ ਆ ਤੇ ਅਸੀਂ ਥਾਣੇ ਗਏ ਤਾਂ ਥਾਣੇ ਪਤਾ ਲੱਗਾ ਵੀ ਹਸਪਤਾਲ ਆ। ਅਸੀਂ ਇੱਥੇ ਪਤਾ ਲੱਗਾ ਵੀ ਇਹਦੇ ਗੋਲੀ ਵੀ ਲੱਗੀ, ਐਕਸਰਾ ਵੀ ਹੁੰਦਾ ਥਾ, ਪਤਾ ਲੱਗਾ। ਉਹਨਾਂ ਨੂੰ ਅਸੀਂ ਆਖਿਆ ਵੀ ਤੁਸੀਂ ਐਫ ਆਈ ਦਰਜ ਕਰੋ। ਉਹਦੇ ਵੀ ਪਹਿਲਾਂ ਉੱਥੋਂ ਆਪਣੀ ਤੁਹਾਡੀ ਸਾਰਾ ਐਕਸਰਾ ਹੋਊਗਾ ਤੇ ਉਸ ਤੋਂ ਬਾਅਦ ਅਸੀਂ ਐਫ ਆਈ ਦਰਜ ਕਰਾਂਗੇ। ਅਸੀਂ ਪ੍ਰਸ਼ਾਸਨ ਨੂੰ ਇਹ ਪੁਰਜੋਰ ਅਪੀਲ ਕਰਦੇ ਹਾਂ ਜੇ ਵੀ ਕਿਸੇ ਸਿਆਸੀ ਦਬਾਅ ਹੇਠਾਂ ਕੇ ਜਿਹੜਾ ਸਹੀ ਕਾਨੂੰਨ ਆ, ਸਹੀ ਕਾਨੂੰਨ ਨੂੰ ਹੱਥ 'ਚ ਨਾ ਲੈਣ, ਉਹਦੇ ਹਿਸਾਬ ਨਾਲ ਐਫ ਆਈ ਦਰਜ ਕੀਤੀ ਜਾਵੇ ਜਿੰਨੇ ਵੀ ਬੰਦੇ ਆ। ਜੇ ਨਾ ਕੀਤੀ ਗਈ ਤੇ ਸਾਨੂੰ ਧਰਨਾ ਲਾਉਣ ਨੂੰ ਮਜਬੂਰ ਨਾ ਕਰਨ। ਕਿਸਾਨ ਅੱਗੇ ਬੜੇ ਮਜਬੂਰ ਆ, ਅੱਗੇ ਅਸੀਂ ਦਿੱਲੀ ਬੈਠੇ ਆ, ਹੁਣ ਸਾਡੇ ਯੂਪੀ 'ਚ ਕੀ ਹੋਇਆ ਸਾਡੇ ਕਿਸਾਨਾਂ ਨਾਲ, ਅਸੀਂ ਬਹੁਤ ਮਜਬੂਰ ਆ। ਸਾਨੂੰ ਇਹਨਾਂ ਸਿਆਸੀ ਲੋਕਾਂ ਨੇ ਇੱਥੋਂ ਤੱਕ ਪਹੁੰਚਾਇਆ। ਸਾਡੀ ਇਹੀ ਬੇਨਤੀ ਆ ਪ੍ਰਸ਼ਾਸਨ ਨੂੰ, ਪੁਰਜੋਰ ਬੇਨਤੀ ਆ ਤੇ ਵੀ ਜੋ ਕਾਰਵਾਈ ਆ ਸਲੀਅਤ ਹੋਣੀ ਚਾਹੀਦੀ ਆ। ਇਹ ਨਹੀਂ ਵੀ ਦਬਾਅ ਪਾਇਆ ਤਾਂ ਸਲੀਅਤ ਨਹੀਂ ਹੋਣੀ। ਜੇ ਨਾ ਸਲੀਅਤ ਹੋਈ ਅਸੀਂ ਧਰਨਾ ਲਾਵਾਂਗੇ, ਅਸੀਂ ਨਿਆਂ ਲਾਵਾਂਗੇ ਤੇ ਨਿਆਂ ਜਾ ਕੇ ਰਵਾਂਗੇ। ਕਿਵੇਂ ਦੇਖਦੇ ਹੋ ਬੀਜੇਪੀ ਨੇ ਯੂਪੀ ਦੇ ਵਿੱਚ ਕਾਫੀ ਬੀਜੇਪੀ ਬਹੁਤ ਮਾੜਾ ਕਰ ਰਹੀ ਆ। ਬੀਜੇਪੀ ਨੇ ਜਿਹੜੇ ਸਾਡੇ ਕਿਸਾਨ ਚਾਰ ਮਾਰਤੇ ਆ, ਇੱਕ 19 ਸਾਲ ਦਾ, ਇੱਕ ਦਾ ਥੋੜੇ ਦਿਨ ਵਿਆਹ ਹੋਇਆ ਸੀ, ਭਾਵੇਂ ਕੁਝ ਵੀ ਕਰੀਏ ਉਹਨਾਂ ਨੇ ਵਾਪਸ ਨਹੀਂ ਆਉਣਾ, ਭਾਵੇਂ ਕਰੋੜਾਂ ਰੁਪਈਆ ਵੀ ਦੇ ਦੇ। ਬੀਜੇਪੀ ਵਾਲੇ ਗੁੰਡਾ ਰਾਜ ਚਾਹੁੰਦੇ ਆ, ਮੁਸਲਮਾਨ ਨੂੰ ਸਿੱਖ ਨਾਲ ਲੜਾਉਂਦੇ ਫਿਰਦੇ ਆ, ਸਿੱਖ ਨੂੰ ਗਾਂ ਹਿੰਦੂ ਨਾਲ ਲੜਾਉਂਦੇ ਫਿਰਦੇ ਆ, ਹਿੰਦੂ ਨੂੰ ਗਾਂ ਪੰਡਤਾਂ ਨਾਲ ਲੜਾਉਂਦੇ ਫਿਰਦੇ ਆ। ਜਿਹੜੀ ਇਹਨਾਂ ਵਿਸ਼ਵਾਸਘਾਤ ਵਾਲੀ ਲੜਾਈ ਜਿਹੜੀ ਆ ਇਹ ਭਾਰਤੀ ਜਨਤਾ ਪਾਰਟੀ ਮੋਦੀ ਸਰਕਾਰ ਕਰ ਰਹੀ ਆ। ਇਸੇ ਦੇ ਹੀ ਜਿਹੜੀ ਸਾਡੀ ਕਾਂਗਰਸ ਪਾਰਟੀ ਆ, ਇਹਨਾਂ ਨੇ ਅੱਗੇ ਵੀ ਬੜੇ ਧੱਕੇ ਕੀਤੇ ਆ, ਇਹ ਸਿੱਧੂਪੁਰ ਨੂੰ ਜਾਣਦੇ ਵੀ ਆ। ਇਸ ਕਰਕੇ ਅਸੀਂ ਫੇਰ ਦੁਬਾਰਾ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਦੇ ਵੀ ਸਾਡਾ ਸਹੀ ਨਿਆਂ ਹੋਣਾ ਚਾਹੀਦਾ, ਨਹੀਂ ਤਾਂ ਅਸੀਂ ਫਿਰ ਜੋ ਸਾਥ ਹੋਇਆ ਅਸੀਂ ਉਹ ਕਰਾਂਗੇ। ਕੀ ਲੱਗਦਾ ਕਿ ਇਹ ਸਭ ਕੁਝ ਜਿਹੜਾ ਹੋਇਆ ਹੈ ਸਿਆਸੀਕਰਨ? ਇਹ ਸਿਆਸੀਕਰਨ ਹੋਇਆ ਜੀ, ਅੱਗੇ ਪਤਾ ਆਪਣੇ ਪੰਜਾਬ ਦੀ ਸਿਆਸੀਕਰਨ ਹੋਈ ਜਾਂਦਾ। ਜਿਹੜਾ ਸਾਡਾ ਦਿੱਲੀ ਵੀ ਧਰਨਾ ਇਹਨਾਂ ਦਾ ਲੜਿਆ ਉਹ ਵੀ ਸਾਡਾ ਸਿਆਸੀਕਰਨ ਤੇ ਚੱਲ ਰਿਹਾ, ਨਹੀਂ ਤਾਂ ਇਹਨੂੰ ਫੈਸਲਾ ਹੋ ਜਾਣਾ ਸੀ। ਇਹ ਸਿਆਸੀਕਰਨ ਕਰਕੇ ਹੋ ਰਿਹਾ। ਮੇਰਾ ਨਾਮ ਹਰਪ੍ਰੀਤ ਸਿੰਘ ਜੀ। ਹਰਪ੍ਰੀਤ ਜੀ, ਕੀ ਗੱਲਬਾਤ ਹੋਈ ਹੈ ਜਿਹੜਾ ਗੋਲੀ ਚੱਲਣ? ਗੱਲਬਾਤ ਹੈ ਜੀ, ਅਸੀਂ ਫਿਰੋਜ਼ਪੁਰ ਗਏ ਸੀਗੇ ਫਰੈਂਡ ਦੇ ਘਰੇ ਦਾਣਾ ਮੰਡੀ। ਉੱਥੇ ਅਸੀਂ ਫਰੈਂਡ ਦੇ ਘਰੇ ਚਲੇ ਗਏ ਤੇ ਉੱਥੇ ਬਾਹਰ ਗੱਲ ਕਰਨ ਲੱਗ ਪਿਆ ਫੋਨ ਤੇ ਉਦੋਂ ਬਾਅਦ ਅਸੀਂ ਅੰਦਰ ਸੀਗੇ ਤੇ ਉਹ ਗੱਡੀਆਂ ਬਾਹਰ ਰੌਲਾ ਪੈਣ ਲੱਗ ਪਿਆ ਸੀ। ਜਦੋਂ ਬਾਹਰ ਭੱਜ ਕੇ ਵੇਖਿਆ ਤੇ 3 ਗੱਡੀਆਂ ਸੀਗੀਆਂ ਤੇ ਉਦੋਂ ਇਹਨੂੰ ਕੁੱਟ ਮਾਰ ਕੇ ਨਾ ਤੇ ਗੋਲੀ ਵੀ ਚੱਲੀ ਉੱਥੇ। ਅਸੀਂ ਆਵਾਜ਼ ਸੁਣ ਕੇ ਗੋਲੀ ਦੀ ਭੱਜ ਕੇ ਬਾਹਰ ਆਏ ਤੇ ਉਦੋਂ ਇਹਨੂੰ ਕੁੱਟ ਕੇ ਤੇ ਵਿੱਚ ਗੱਡੀ 'ਚ ਸਿੱਟ ਕੇ, ਬਲੈਕ ਰੰਗ ਦੀ ਸਕੋਰਪੀਓ ਸੀਗੀ, ਉਹਦੇ ਵਿੱਚ ਸਿੱਟ ਕੇ ਤੇ ਇਹਨੂੰ ਗੱਡੀਆਂ ਭਜਾ ਕੇ ਤੇ ਲੈ ਗਏ ਉੱਥੋਂ। ਅਸੀਂ ਮਗਰ ਭੱਜੇ ਪਰ ਗੱਡੀਆਂ ਉਹਨਾਂ ਨੇ ਭਜਾ ਕੇ ਲੈ ਗਏ। ਕਾਈ 20 ਗੱਡੀ ਸੀ। ਕਿੰਨੇ ਬੰਦੇ ਸੀ? ਬੰਦੇ ਹੈਗੇ ਸੀ 17-18 ਜਣੇ ਹੈਗੇ ਸੀ, 3 ਗੱਡੀਆਂ ਸੀ। ਉਸ ਤੋਂ ਬਾਅਦ ਇਹਨੂੰ ਕਿੱਥੇ ਲੈ ਕੇ ਗਏ? ਉਸ ਤੋਂ ਬਾਅਦ ਸਾਨੂੰ ਤਾਂ ਹੁਣ ਮਿਲਿਆ ਇਹ, ਉਦੋਂ ਬਾਅਦ ਸਾਨੂੰ ਕੋਈ ਪਤਾ ਨਹੀਂ ਕਿੱਥੇ ਲੈ ਗਏ ਇਹਨੂੰ, ਕਿੱਥੇ ਫੋਨ ਬੰਦ ਇਹਦਾ ਕਰਤਾ ਉਹਨਾਂ ਨੇ। 4-5 ਘੰਟਿਆਂ ਬਾਅਦ ਸਾਨੂੰ ਹੁਣ ਮਿਲਿਆ ਜਾ ਕੇ। ਪੁਲਿਸ ਨੂੰ ਅਸੀਂ ਆ ਕੇ ਤਲਾਹ ਦਿੱਤੀ ਬਾਅਦ 'ਚ ਇੱਥੇ ਸਿਟੀ ਥਾਣੇ ਤੇ ਇੱਥੇ ਆ ਕੇ ਉਹਨਾਂ ਨੇ ਸਾਡੀ ਦਰਖਾਸਤ ਲਿਖੀ ਤੇ ਆਪਦੀ ਉਹਨਾਂ ਨੇ ਕਾਰਵਾਈ ਚਲੋ ਕੀਤੀ ਜਿਹੜੀ ਬਣਦੀ ਸੀ ਤੇ ਫਿਰ ਸਾਨੂੰ ਹੁਣ ਜਾ ਕੇ ਸਾਡਾ ਮਿਲਿਆ। ਸਾਨੂੰ ਉੱਥੇ ਪੁਲਿਸ ਨੇ ਉੱਥੇ ਦੱਸਿਆ ਕਿ ਸਿਵਲ ਹਸਪੀਟਲ ਉੱਥੇ ਤੁਸੀਂ ਚੱਲ ਜਾਓ, ਅਸੀਂ ਉੱਥੇ ਛੱਡਤਾ, ਪਰ ਉਹ ਇਹਨੂੰ ਗੇਟ ਤੇ ਹੀ ਲਾ ਗਏ ਇੱਥੇ ਬਾਹਰ ਹੀ ਤੇ ਇੱਥੋਂ ਕੋਈ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਨਾ ਕੋਈ ਕਾਰਵਾਈ ਨਹੀਂ ਹੋਈ ਅਜੇ, ਕੁਛ ਨਹੀਂ, ਨਾ ਕੋਈ ਬਿਆਨ ਲੈਣ ਆਇਆ ਅਜੇ, ਕੋਈ ਕਾਰਵਾਈ ਨਹੀਂ ਹੋਈ। ਕੀ ਕਾਰਨ ਸਮਝਦੇ ਹੋ? ਕਾਰਨ ਸਿਆਸੀ ਦਬਾਅ ਹੀ ਹੋਣਾ ਕੋਈ, ਜਿਹੜਾ ਹਜੇ ਤੱਕ ਕੋਈ ਆਇਆ ਨਹੀਂ। ਉਹਦਾ ਨਾਮ ਕੀ ਹੈ? ਮੇਰਾ ਨਾਮ ਹਰਪ੍ਰੀਤ ਸਿੰਘ ਜੀ। ਸਰ ਮੈਂ ਜਿਮ 'ਚ ਜਾਂਦਾ ਸੀਗਾ, ਇਹ ਮੁੰਡੇ ਸੀਗੇ, ਆ 5-7 ਜਣੇ ਮੁੰਡੇ ਹੈਗੇ ਸੀਗੇ। ਜਦੋਂ ਇਹ ਮੈਂ ਅੰਦਰ ਜਿਮ ਤੇ ਜਾਂਦਾ ਸੀ, ਇਹ ਮੇਰੇ ਨਾਲ ਭੈੜਾ ਵੇਖਦੇ ਹੁੰਦੇ ਸੀ, ਮੁੱਛਾਂ ਨੂੰ ਵੱਟ ਦਿੰਦੇ ਸੀਗੇ। ਇਸ ਕਰਕੇ ਮੈਂ ਇਹ ਗੱਲ ਬੋਲਦਾ ਨਹੀਂ ਸੀਗਾ, ਮੈਂ ਆਪਦੀ ਜਿਮ ਲਾਉਂਦਾ ਸੀ। ਇਹਨਾਂ ਨੇ ਇੱਕ ਦਿਨ ਮੈਨੂੰ ਮਤਲਬ ਜ਼ਿਆਦਾ ਬੋਲੇ, ਫਿਰ ਉਸ ਤੋਂ ਬਾਅਦ ਮੈਂ ਜਿਮ 'ਚੋਂ ਬਾਹਰ ਗਿਆ, ਇਹਨਾਂ ਨੇ ਇੱਕ ਦਿਨ ਮੈਨੂੰ ਬਾਹਰ ਵੀ ਘੇਰਿਆ। ਉਦੋਂ ਬਾਅਦ ਮੁੜ ਕੇ ਇਹਨਾਂ ਨੂੰ ਮੈਂ ਅੱਜ ਆਪਦੇ ਕੱਲ੍ਹ ਦੀ ਗੱਲ ਸੀਗੀ, ਅੱਜ ਮੈਂ ਆਪਦੇ ਫਰੈਂਡ ਦੇ ਘਰ ਗਿਆ ਤੇ ਉੱਥੋਂ ਇਹਨਾਂ ਨੇ ਮੈਨੂੰ ਮੰਡੀ ਦੇ ਵਿੱਚੋਂ ਇਹਨਾਂ ਨੇ ਮੈਨੂੰ ਚੱਕ ਲਿਆ। ਇਹ 3 ਗੱਡੀਆਂ ਸੀਗੀਆਂ, 20-22 ਜਣੇ ਮੁੰਡੇ ਹੈਗੇ ਸੀਗੇ ਤੇ ਇਹ ਮੈਨੂੰ ਚੱਕ ਕੇ ਲੈ ਗਏ। ਇਹ ਆਪਦੇ ਪਿੰਡ ਫਿਰੋਜ਼ਪੁਰ ਇਹਨਾਂ ਨੇ ਮੈਨੂੰ ਲਈ ਫਿਰਦੇ ਰਹੇ। ਉਸ ਤੋਂ ਬਾਅਦ ਪਿੰਡ ਲੈ ਗਏ। ਪਿੰਡ ਲਿਜਾ ਕੇ ਮਤਲਬ ਇਹਨਾਂ ਮੈਨੂੰ ਉੱਥੇ ਕੁੱਟਮਾਰ ਕੀਤੀ, ਇਹਨਾਂ ਮੇਰੀ ਵੀਡੀਓ ਬਣਾਈ ਹੈ, ਤੂੰ ਕਹਿ ਕਿ ਅਸੀਂ ਗੋਲੀ ਜਿਹੜੀ ਮਾਰੀ ਆ ਉਹ ਤੂੰ ਕਹਿ ਮੈਂ ਆਪ ਮਾਰੀ ਆ। ਤੇ ਇਹਨਾਂ ਨੇ ਉਸ ਤੋਂ ਬਾਅਦ ਮੈਨੂੰ ਆਪਦੇ ਘਰੇ ਰੱਖਿਆ, ਘਰੇ ਰੱਖ ਕੇ ਉੱਥੇ ਮੈਨੂੰ ਬਹੁਤ ਕੁੱਟਮਾਰ ਕਰਦੇ ਰਹੇ। ਉਦੋਂ ਬਾਅਦ ਇਹਨਾਂ ਨੇ ਕੁਛ ਟਾਈਮ ਬਾਅਦ ਇਹਨਾਂ ਨੂੰ ਪਤਾ ਲੱਗਾ ਕਿ ਮੁੜ ਕੇ ਮੈਨੂੰ ਉੱਥੋਂ ਲੈ ਕੇ MLA ਪ੍ਰਵਿੰਦਰ ਸਿੰਘ ਪਿੰਕੀ ਦੀ ਕੋਠੀ ਲੈ ਗਏ। ਉੱਥੇ ਮਤਲਬ ਉਹਨਾਂ ਨੇ ਅਫਸਰ ਸਾਧ ਲਏ। ਉੱਥੇ ਮਤਲਬ ਉਹਨਾਂ ਨੇ ਮੁੜ ਕੇ ਮੈਨੂੰ ਲੈ ਕੇ ਸਿਵਲ ਹਸਪੀਟਲ ਲੈ ਆਏ। ਉੱਥੇ ਮੈਨੂੰ ਬਾਹਰ ਛੱਡ ਗਏ। ਮੁੜ ਕੇ ਮੇਰੇ ਇਹਨਾਂ ਨੇ ਕਿਸੇ ਨੇ ਵੀ ਕੋਈ ਵੀ ਬਾਂਹ ਨਹੀਂ ਫੜੀ ਗਈ, ਕੁਛ ਨਹੀਂ। ਪੁਲਿਸ ਆਈ ਸੀਗੀ, ਉਹਨਾਂ ਨੇ ਉੱਥੇ ਆਪਦੀ MLA ਦੀ ਕੋਠੀ ਸੱਦ ਲਈ ਸੀ ਪੁਲਿਸ, ਉਹ ਮੈਨੂੰ ਗੇਟ ਤੇ ਛੱਡ ਗਏ। ਉਸ ਤੋਂ ਬਾਅਦ ਮੁੜ ਕੇ ਮੈਂ ਆਪਣੇ ਆਪ ਹੀ ਮਤਲਬ ਮੈਨੂੰ ਹਸਪੀਟਲ ਲੈ ਕੇ ਆਏ ਆ ਮੇਰੇ ਪਿੰਡ ਦੇ। ਇਹਨਾਂ ਨੇ ਮੇਰੀ ਪੁਲਿਸ ਨੇ ਮੇਰੀ ਕੋਈ ਕਾਰਵਾਈ ਨਹੀਂ ਕਰਦੀ ਕਿ ਨਾ ਪੁਲਿਸ ਪਰਚਾ ਕੱਟ ਰਹੀ ਆ। ਬੰਦੇ ਕੌਣ ਸੀ ਪਤਾ ਲੱਗਿਆ? ਬੰਦੇ ਹਾਂਜੀ, ਬੰਦੇ ਉਸ ਪਿੰਡ ਦੇ ਉਧਰੋਂ ਖਾਈ ਵਾਲੀ ਸਾਈਡ ਦੇ ਸੀਗੇ। ਕੀ ਨਾਮ ਉਹਨਾਂ ਦਾ? ਗੁਰਸੇਵਕ ਸਿੰਘ ਉਸਦਾ ਬ੍ਰਦਰ, ਉਹ ਇੱਕ ਨਾਮ ਨਾਲ ਮੁੰਡਾ ਕਰਨ ਸੀ, ਇੱਕ ਫਿਰੋਜ਼ਪੁਰ ਦਾ ਸੀ ਮੁੰਡਾ ਵਿੱਕੀ ਨਾਮ ਸੀਗਾ ਉਹਦਾ, ਇੱਕ ਨਾਲ ਬ੍ਰਦਰ ਸੀਗਾ। ਨਾਲ ਉਹਨਾਂ ਦੇ ਪਰਿਵਾਰਿਕ ਮੈਂਬਰ ਹੋਰ ਵੀ ਹੈਗੇ ਸੀਗੇ ਤੇ ਪੁਲਿਸ ਨੇ ਨਾਲ ਨਹੀਂ ਸੀ। ਪੁਲਿਸ ਹਸਪੀਟਲ ਦੇ ਗੇਟ ਤੇ ਮੈਨੂੰ ਪੁਲਿਸ ਲਾ ਗਈ। ਉਸ ਤੋਂ ਬਾਅਦ ਮੈਨੂੰ ਕਿਸੇ ਨੇ ਕੋਈ ਨਹੀਂ ਪੁੱਛਿਆਗਾ। ਉਸ ਤੋਂ ਬਾਅਦ ਮੇਰੇ ਪਿੰਡ ਨੇ ਮੈਨੂੰ ਇੱਥੇ ਹਸਪੀਟਲ ਦੇ ਅੰਦਰ ਵਾੜ ਕੇ ਮੇਰਾ ਥੋੜਾ ਮਾਰ ਟ੍ਰੀਟਮੈਂਟ। ਗੱਡੀ ਕਿਹੜੀ ਸੀ? ਗੱਡੀਆਂ 2 ਸਕੋਰਪੀਓ ਸੀ, PB 47, PB 29, ਇੱਕ 65 ਪਤਾ ਨਹੀਂ ਸੌਰੀ 1999 I-20 ਸੀਗੀ। ਹਾਂਜੀ, ਹੁਣ ਉਹ ਗੱਡੀਆਂ ਕਿੱਥੇ? ਉਹ ਗੱਡੀਆਂ ਹੁਣ ਸਰ ਪਤਾ ਨਹੀਂ, ਉਹ ਗੱਡੀਆਂ ਕੋਠੀ ਆਈਆਂ ਨੇ, ਮੈਨੂੰ ਤਾਰ ਕੇ ਉਹ ਗੱਡੀਆਂ ਵਾਪਸ ਚਲੀ ਗਈਆਂ ਨੇ। MLA ਦੀ ਕੋਠੀ ਲਿਜਾਣ ਦਾ ਕੀ ਕਾਰਨ ਸੀ? ਸਰ ਪਤਾ ਨਹੀਂ ਕੀ ਕਾਰਨ ਆ। ਇਹਨਾਂ ਨੇ ਮੈਨੂੰ MLA ਦੀ ਕੋਠੀ ਲਿਜਾ ਕੇ ਉੱਥੇ ਦਬਾ ਕਰਕੇ ਉਹਨਾਂ ਨੇ SHO ਨੂੰ ਵੀ ਸਾਧ ਲਿਆ, DSP ਨੂੰ ਵੀ ਸਾਧ ਲਿਆ। ਉੱਥੇ ਮੈਨੂੰ ਦਬਾਉਂਦੇ ਰਹੇ ਆ। ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਵਾਲੇ ਸੱਦੇ ਆ ਸਿਟੀ ਥਾਣੇ ਚੋਂ, ਉਹਨਾਂ ਨੂੰ ਆਖਿਆ ਕਿ ਇਹਨੂੰ ਇੱਥੇ ਗੇਟ ਤੇ ਲਾ ਦਿਓ। ਮੈਨੂੰ ਗੇਟ ਤੇ ਲਾ ਕੇ ਵਾਪਸ ਮੁੜ ਗਏ ਆ। ਮੈਨੂੰ ਤਕਰੀਬਨ 4:15 4:30 ਦਾ ਟਾਈਮ ਸੀ ਜਿਸ ਟਾਈਮ ਤੇ ਇਹਨਾਂ ਨੇ ਮੈਨੂੰ ਮੰਡੀੋਂ ਚੱਕਿਆ। ਮੈਨੂੰ ਤਾਂ ਇਹਨਾਂ ਨੇ ਕੁੱਟਮਾਰ ਕੀਤੀ, ਇਹਨਾਂ ਨੇ ਮੈਨੂੰ ਗੋਲੀ ਵੀ ਮਾਰੀ ਆ। ਇਹਨਾਂ ਨੇ ਹੋਰ ਵੀ ਇਹਨਾਂ ਨੇ ਮੈਨੂੰ ਗੋਲੀਆਂ ਮਾਰ ਕੇ ਤੇ ਇੱਥੋਂ ਮੈਨੂੰ ਮੁੜ ਕੇ ਇਹਨਾਂ ਨੇ ਕੁੱਟਿਆ, ਰਫਲਾਂ ਨਾਲ ਵੀ ਕੁੱਟਿਆ। ਕੁੱਟ ਕੇ ਇਹਨਾਂ ਨੇ ਮੈਨੂੰ ਗੱਡੀ ਸੁੱਟ ਲਿਆ। ਗੱਡੀ ਸੁੱਟ ਕੇ ਆ 3 ਗੱਡੀਆਂ ਇਹਨਾਂ ਨੇ ਬਹੁਤ ਭਜਾਈਆਂ। ਇਹਨਾਂ ਨੇ ਮਤਲਬ ਫਿਰੋਜ਼ਪੁਰ ਦੇ ਵਿੱਚ ਪਹਿਲਾਂ ਤਾਂ ਇਹਨਾਂ ਗੇੜੇ ਦਿੰਦੇ ਰਹੇ ਗਲੀਆਂ ਦੇ ਵਿੱਚ, ਫਿਰ ਉਸ ਤੋਂ ਬਾਅਦ ਇਹਨਾਂ ਨੇ ਟੈਂਕਾਂ ਵਾਲੀ ਬਸਤੀ ਸਾਨੀ ਕੱਢ ਕੇ ਆਪਦੇ ਪਿੰਡ ਨੂੰ ਲੈ ਗਏ। ਗੋਲੀ ਮੇਰੇ ਪੈਰ ਤੇ ਵੱਜੀ। ਹੁਣ ਕੀ ਮੰਗ ਕਰਦੇ ਹੋ? ਸਾਰਾ ਅਸੀਂ ਤਾਂ ਇਹ ਮੰਗ ਕਰਦੇ ਹਾਂ ਪਰਚਾ ਹੋਣਾ ਚਾਹੀਦਾ ਜੀ। ਪੇਸ਼ੈਂਟ ਆਇਆ ਸੀ ਮਨਪ੍ਰੀਤ ਸਿੰਘ ਆਇਆ ਸੀ ਚੌਫਰੀਆ ਦਾ ਬੇਲ ਸੀਗਾ। ਮਨਪ੍ਰੀਤ ਦੇ ਉਹਦੇ ਮੁੰਡੇ ਦੇ ਮੁਤਾਬਿਕ ਜਿਹੜਾ ਮੁੰਡਾ ਦੱਸ ਰਿਹਾ ਸੀ, ਕਹਿੰਦਾ ਮੇਰੇ ਗੋਲੀ ਵੱਜੀ ਹੈ, ਬਾਕੀ ਮੈਨੂੰ ਨਹੀਂ ਲੱਗ ਰਿਹਾ ਸੀ ਗੋਲੀ ਵੱਜੀ ਉਹਦੇ ਵਿੱਚ, ਤੇ ਵੱਜੀ ਹੋ ਸਕਦੀ ਹੈ ਤੇ ਤਾਂ ਕਰਕੇ ਉਹ ਮੈਂ ਉਹਨੂੰ ਰਿਪੋਰਟ ਕੀਤਾ ਫੋਰੈਂਸਿਕ ਰਿਪੋਰਟ ਤਾਂ ਕਿ ਉਹ ਪ੍ਰੋਪਰ ਤਰੀਕੇ ਨਾਲ ਦੱਸ ਸਕਣ ਕਿ ਗੋਲੀ ਵੱਜੀ ਹੈ। ਫਿਰੋਜ਼ਪੁਰ ਤੋਂ ਪਰਮਜੀਤ ਸਿੰਘ ਸਖਾਣਾ ਦੀ ਰਿਪੋਰਟ, ਰੰਗਲਾ TV।